Hello everyone, welcome back to Suksha Ma'am ki classes, and today we are going to solve NAS English exam of class 10th and it is of year 2017-18 cycle 2. ठीक है, so let's start. ਹੁਣ ਜੋ ਜਿੰਨੇ ਵੀ ਥੱਲੇ ਪੈਰਾਗ੍ਰਾਫਸ ਆਣਗੇ ਬੱਚਿਓ ਤੁਸੀਂ ਪੌਜ਼ ਕਰਕੇ ਉਹਨੂੰ ਰੀਡ ਕਰਨਾ ਬਿਕੋਜ਼ ਮੈਂ ਤੁਹਾਨੂੰ ਸਿਰਫ ਐਕਸਪਲੇਨ ਕਰਾਂਗੀ ਪੈਰੇ ਵਿੱਚ ਕੀ ਲਿਖਿਆ ਹੋਇਆ ਹੈ। ਰੀਜ਼ਨ ਹੈ ਕਿ ਜੇ ਮੈਂ ਹਰ ਪੈਰਾਗ੍ਰਾਫ ਰੀਡ ਕਰਕੇ ਲਾਈਨ ਟੂ ਲਾਈਨ ਤੁਹਾਨੂੰ ਐਕਸਪਲੇਨ ਕੀਤਾ ਤਾਂ ਵੀਡੀਓ ਕਾਫੀ ਲੰਬੀ ਹੋ ਜਾਏਗੀ ਤੇ ਤੁਹਾਡੇ ਲਈ ਹੀ ਡਿਫਿਕਲਟ ਰਹੇਗਾ। ਠੀਕ ਹੈ, ਵੈਸੇ ਇਹ ਵਾਲਾ ਪੈਰਾਗ੍ਰਾਫ ਮੈਂ ਆਲਰੇਡੀ ਸੋਲਵ ਕਰ ਰੱਖਿਆ ਹੈ, ਤੁਸੀਂ ਵੀਡੀਓ ਨੂੰ ਇੱਕ ਵੇਖ ਸਕਦੇ ਹੋ, ਮੈਂ ਉਹਨੂੰ ਡਿਸਕ੍ਰਿਪਸ਼ਨ ਬਾਕਸ 'ਚ ਪਾ ਦਾਂਗੀ। ਫਿਰ ਵੀ ਮੈਂ ਤੁਹਾਨੂੰ ਪੰਜਾਬੀ ਐਕਸਪਲੇਨ ਕਰ ਦਿੰਨੀ ਆ ਕਿ ਇਹਦੇ ਵਿੱਚ ਕੀ ਲਿਖਿਆ ਹੋਇਆ ਲਾਈਨ ਟੂ ਲਾਈਨ। ਬਹੁਤ ਸਮਾਂ ਪਹਿਲੇ ਦੀ ਗੱਲ ਹੈ, ਇੱਕ 올ਡ ਮੈਨ ਸੀ ਜਿਹਦਾ ਨਾਮ ਸੀ ਹਾਮਾਗੁਚੀ, ਜੋ ਰਹਿੰਦੇ ਸੀਗੇ ਇੱਕ ਹਿਲ ਦੀ ਟੌਪ ਤੇ ਜਿੱਥੋਂ ਸਾਰਾ ਵਿਲੇਜ ਨਜ਼ਰ ਆਉਂਦਾ ਸੀ ਕੋਸਟਲ ਏਰੀਆ 'ਚ ਜਾਪਾਨ ਦਾ। ਠੀਕ ਹੈ, ਉਹਨੂੰ ਲੋਕੀ ਬਹੁਤ ਪਿਆਰ ਕਰਦੇ ਸੀ ਤੇ ਬਹੁਤ ਇੱਜ਼ਤ ਦਿੰਦੇ ਸੀ ਕਿਉਂਕਿ ਉਹ ਬਹੁਤ ਵਾਈਸ ਸੀ, ਕਾਈਂਡ ਹਾਰਟਡ ਸੀ, ਹੈਲਪਫੁਲ ਸੀ, ਮਦਦ ਕਰਦਾ ਸੀ ਸਭ ਦੀ। ਹੀ ਵੁੱਡ ਫਾਊਂਡਲੀ ਮਤਲਬ ਕਿ ਉਹ ਉਹਨੂੰ ਬੜੇ ਪਿਆਰ ਨਾਲ ਕੀ ਕਹਿੰਦੇ ਸੀ, ਗ੍ਰੈਂਡਫਾਦਰ ਦਾਦਾ ਜੀ ਕਹਿੰਦੇ ਸੀਗੇ। ਤੇ ਵਿਲੇਜਰਸ ਕੋਈ ਵੀ ਪ੍ਰੋਬਲਮ ਹੁੰਦੀ ਸੀ ਉਹਦੇ ਕੋਲ ਜਾ ਕੇ ਕੰਸਲਟੇਸ਼ਨ ਲੈਂਦੇ ਸੀ, ਹੈਲਪ ਲੈਂਦੇ ਸੀ, ਉਹਨੂੰ ਕੰਸਲਟ ਕਰਦੇ ਸੀ ਤੇ ਅੱਗਿਓ ਹਾਮਾਗੁਚੀ ਵੀ ਉਹਨਾਂ ਨੂੰ ਚੰਗੀ ਐਡਵਾਈਸ ਦਿੰਦਾ ਸੀ। ਇੱਕ ਦਿਨ ਕੀ ਹੋਇਆ, ਹਾਮਾਗੁਚੀ ਨੇ ਆਪਣੀ ਵਿੰਡੋ ਤੋਂ ਥੱਲੇ ਵੇਖਿਆ ਤੇ ਉਹਨੇ ਕੀ ਵੇਖਿਆ ਕਿ ਸਾਰੇ ਵਿਲੇਜਰਸ ਆਪਣਾ ਸਾਲਾਨਾ ਹਾਰਵੈਸਟ ਫੈਸਟੀਵਲ ਸੈਲੀਬ੍ਰੇਟ ਕਰਨ ਲਈ ਤਿਆਰੀ ਕਰ ਰਹੇ ਨੇ ਤੇ ਕਾਫੀ ਹੌਟ ਤੇ ਸਲਟਰੀ ਡੇ ਸੀ, ਪਸੀਨੇ ਨਾਲ ਚਿਪਚਿਪ ਵਾਲਾ ਦਿਨ ਸੀ। ਹਲਕੀ ਹਲਕੀ ਬਰੀਜ਼ ਹਵਾ ਬਹਿ ਰਹੀ ਸੀ ਜੋ ਸੀ ਦੇ ਥਰੂ ਆ ਰਹੀ ਸੀ। ਸਡਨਲੀ ਉਹਨੇ ਕੀ ਵੇਖਿਆ ਕਿ ਵੱਡੀ ਵੱਡੀ ਲਹਿਰਾਂ ਜਿਹੜੀਆਂ ਹੈਗੀਆਂ ਨੇ ਉਹ ਸਾਡੇ ਵਿਲੇਜ ਤਰਫ ਆ ਰਹੀਆਂ ਨੇ ਤਾਂ ਬਹੁਤ ਡਾਰਕ ਤੇ ਥ੍ਰੈਟਨਿੰਗ ਲੱਗ ਰਹੀਆਂ ਸੀਗੀਆਂ ਕਿ ਹਾਂ ਉਹ ਕੁਝ ਨੁਕਸਾਨ ਕਰ ਸਕਦੀਆਂ ਨੇ। ਜਿਹੜੇ ਵਿਲੇਜਰਸ ਸੀ ਦੇ ਵਰ ਸੋ ਮਚ ਬਿਜ਼ੀ ਐਨਗਰੋਸਡ ਇਨ देयर ਹਾਰਵੈਸਟਿੰਗ ਫੈਸਟੀਵਲ ਕਿ ਉਹਨਾਂ ਨੇ ਨੋਟਿਸ ਹੀ ਨਹੀਂ ਕੀਤਾ ਕਿ ਇੰਨੀ ਜ਼ਿਆਦਾ ਲਹਿਰਾਂ ਆ ਰਹੀਆਂ ਨੇ। ਹਾਮਾਗੁਚੀ ਨੂੰ ਪਤਾ ਸੀ ਕਿ ਟਾਈਡਲ ਵੇਵ ਨੇ ਤੇ ਸੂਨ ਹੀ ਪੂਰਾ ਜਿਹੜਾ ਵਿਲੇਜ ਹੈ ਇਹਦੇ ਅੰਡਰ ਆ ਜਾਏਗਾ, ਇਹ ਪੂਰਾ ਇਸ ਵਿਲੇਜ ਨੂੰ ਨਿਗਲ ਜਾਏਗੀ। ਹੁਣ ਉਹਨੇ ਸੋਚਿਆ ਕਿ ਹੁਣ ਵਿਲੇਜਰਸ ਨੂੰ ਉਹ ਅਲਰਟ ਕਿਵੇਂ ਕਰੇ। ਉਹਨੇ ਫਟਾਫਟ ਸੋਚਿਆ ਤੇ ਉਹ ਆਪਣੇ ਪਲਾਟ ਵੱਲ ਭੱਜਿਆ। ਉਹਨੇ ਉੱਥੇ ਜਾ ਕੇ ਆਪਣੇ ਰਾਈਸ ਦੀ ਬੋਰੀਆਂ ਨੂੰ ਇੱਕ ਇੱਕ ਕਰਕੇ ਅੱਗ ਲਾਣਾ ਸ਼ੁਰੂ ਕਰਤਾ। ਹੁਣ ਜਿਹੜੇ ਅੱਗ ਦੀ ਲਪਟਾਂ ਸੀਗੀਆਂ ਉਹ ਬਹੁਤ ਜ਼ੋਰ ਜ਼ੋਰ ਦੀ ਉੱਪਰ ਉੱਠਣ ਲੱਗ ਪਈਆਂ। ਲੋਕਾਂ ਨੇ ਸਮੋਕ ਵੇਖਿਆ, ਧੂਆਂ ਵੇਖਿਆ ਤੇ ਸੋਚਿਆ ਕਿ ਹਾਮਾਗੁਚੀ ਕੀ ਕਰ ਰਿਹਾ ਹੈ। ਉਹਨਾਂ ਨੇ ਸੋਚਿਆ ਪਾਗਲ ਤੇ ਨਹੀਂ ਹੋ ਗਿਆ। ਉਹ ਫਟਾਫਟ ਉੱਪਰ ਭੱਜੇ ਜਿੱਥੇ ਉਹ ਸੀਗਾ। ਜਦੋਂ ਉੱਥੇ ਪਹੁੰਚੇ ਉਹਨਾਂ ਨੇ ਵੇਖਿਆ ਤੇ ਸ਼ਾਊਟ ਕੀਤਾ ਕਿ ਦੇਖੋ ਦੇਖੋ ਇੱਕ ਵੱਡੀ ਜੀ ਟ੍ਰਾਈਬਲ ਟਾਈਡਲ ਸਾਡੇ ਵੱਲ ਵੇਵ ਆ ਰਹੀ ਹੈ। ਠੀਕ ਹੈ, ਤੇ ਵਿਦਿਨ ਨੋ ਟਾਈਮ ਕੁਝ ਸੈਕਿੰਡਾਂ ਵਿੱਚ ਹੀ ਸਾਰਾ ਵਿਲੇਜ ਜਿਹੜਾ ਸੀਗਾ ਉਹ ਉਸ ਵੇਵ ਦਾ ਸ਼ਿਕਾਰ ਹੋ ਗਿਆ। ਸਭ ਕੁਝ ਵਿਲੇਜਰਸ ਦਾ ਉਸ ਪਾਣੀ 'ਚ ਰੁੜ ਗਿਆ। ਲੋਕੀ ਸਿਰਫ ਉੱਥੇ ਖੜੇ ਸੀਗੇ ਚੁੱਪਚਾਪ, ਮਤਲਬ ਕਿ ਸ਼ੌਕ ਸੀਗੇ, ਉਹ ਸਦਮੇ 'ਚ ਸੀਗੇ ਕਿ ਇਹ ਹੋ ਕੀ ਗਿਆ ਇੱਕਦਮ। ਹਾਮਾਗੁਚੀ ਨੇ ਆਪਣੀ ਚੀਜ਼ਾਂ ਦਾ ਬਲੀਦਾਨ ਦੇ ਕੇ ਹੰਡਰਡਸ ਆਫ ਵਿਲੇਜਰਸ ਮਤਲਬ ਕਿ 100 ਦੀ ਤਾਦਾਦ ਦੇ ਵਿਲੇਜਰਸ ਦੀ, ਹੋ ਸਕਦਾ 800 900 ਜਿੰਨੇ ਵੀ ਹੋਣਗੇ, ਉਹ ਹੰਡਰਡਸ ਆਫ ਵਿਲੇਜਰਸ ਦੀ ਉਹਨੇ ਹੈਲਪ ਕੀਤੀ, ਉਹਨਾਂ ਨੂੰ ਬਚਾ ਲਿਆ। ਕਾਫੀ ਸਾਲਾਂ ਬਾਅਦ ਜਦੋਂ ਵਿਲੇਜ ਫਿਰ ਰਿਵਾਈਵ ਹੋਇਆ, ਆਪਣੀ ਨਾਰਮਲ ਰੂਟੀਨ 'ਚ ਵਾਪਸ ਆਇਆ, ਉਹਨਾਂ ਨੇ ਹਾਮਾਗੁਚੀ ਦੇ ਨਾਂ ਦੀ ਇੱਕ ਮੂਰਤੀ ਬਣਾਈ, ਉਹਨੂੰ ਐਜ਼ ਅ ਗੋਡ ਵਰਸ਼ਿਪ ਕਰਨਾ ਸ਼ੁਰੂ ਕਰਤਾ ਕਿਉਂਕਿ ਉਹ ਉਹਨੂੰ ਐਜ਼ ਰਿਸਪੈਕਟ ਦੇਣਾ ਚਾਹੁੰਦੇ ਸੀ। ਇਸ ਲਈ ਉਹ ਹਰ ਦਿਨ ਉਹਨੂੰ ਪ੍ਰੇਅਰ ਵੀ ਕਰਦੇ ਸੀ ਉੱਥੇ ਜਾ ਕੇ ਉਹਦੇ ਮੰਦਿਰ ਵਿੱਚ। ਠੀਕ ਹੈ, ਕਲੀਅਰ? ਤੁਸੀਂ ਪੌਜ਼ ਕਰਕੇ ਇੰਗਲਿਸ਼ ਰੀਡ ਵੀ ਕਰ ਸਕਦੇ ਹੋ, ਤੁਹਾਨੂੰ ਮੈਂ ਐਕਸਪਲੇਨੇਸ਼ਨ ਤੇ ਦੇ ਹੀ ਦਿੱਤੀ ਹੈ। ਨਾਓ ਕੁਐਸਚਨ ਨੰਬਰ 1, ਹਾਮਾਗੁਚੀ ਡਰੂ ਦ ਅਟੈਂਸ਼ਨ ਆਫ ਦ ਵਿਲੇਜਰਸ ਬਾਏ, ਹੁਣ ਉਹਨੇ ਕਿਵੇਂ ਅਟੈਂਸ਼ਨ ਕੀਤੀ ਸੀ ਆਪਣੀ ਤਰਫ ਵਿਲੇਜਰਸ ਦੀ? ਆਪਣੀ ਰਾਈਸ ਦੀ ਬੋਰੀਆਂ ਨੂੰ ਅੱਗ ਲਾ ਕੇ। ਆਪਸ਼ਨ ਥਰਡ। Second question is, which of the following traits does not describe Hamaguchi? ਹੁਣ ਇਹਨਾਂ ਚਾਰਾਂ ਵਿੱਚੋਂ ਕਿਹੜਾ ਆਪਸ਼ਨ ਹੈ ਜੋ ਹਾਮਾਗੁਚੀ ਨੂੰ ਡਿਸਕ੍ਰਾਈਬ ਨਹੀਂ ਕਰਦਾ ਹੈ? ਆਪਸ਼ਨ fourth is your answer, confused and helpless. ਉਹ confused ਤੇ helpless ਕਦੀ ਨਹੀਂ ਰਿਹਾ, ਉਹ ਹਮੇਸ਼ਾ ਹੈਲਪ ਕਰਦਾ ਸੀ, ਵਾਈਸ ਸੀਗਾ, ਕਾਈਂਡ ਸੀਗਾ ਤੇ ਹੈਲਪਫੁਲ ਸੀਗਾ। ਠੀਕ ਹੈ। Third is, the expression when the village had revived implies that, ਹੁਣ ਇਸ ਲਾਈਨ ਤੋਂ ਕੀ ਮਤਲਬ ਹੈ? when the village had revived ਮਤਲਬ ਕਿ ਜਦੋਂ ਉਹ ਕੀ ਹੋ ਗਿਆ ਸੀ, ਵਿਲੇਜਰਸ ਨੂੰ ਆਪਣੇ ਦੁੱਖ ਤਕਲੀਫ ਉਹ ਭੁੱਲ ਗਏ ਸੀਗੇ ਕਿ ਨਾਰਮਲ ਐਕਟੀਵਿਟੀ ਸੀ, ਜਦੋਂ ਉਹ ਵਾਪਸ ਆ ਗਏ ਸੀਗੇ। ਰਿਵਾਈਵਡ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਚੀਜ਼ ਤੋਂ ਉੱਭਰ ਜਾਂਦੇ ਹੋ, ਰਾਈਟ? ਆਪਸ਼ਨ fourth, villagers had forgotten their sorrows. Number 4, the villagers expressed their gratitude to Hamaguchi by, ਹੁਣ villagers ਨੇ ਆਪਣਾ ਆਭਾਰ ਕਿਵੇਂ ਪ੍ਰਗਟ ਕੀਤਾ ਹੈ ਹਾਮਾਗੁਚੀ ਵੱਲ? ਉਹਨਾਂ ਨੇ ਕੀ ਬਣਾਇਆ ਸੀ ਉਹਦੇ ਨਾਮ ਦਾ? ਉਹਨਾਂ ਨੇ ਉਹਦੇ ਨਾਮ ਦਾ ਇੱਕ ਮੰਦਿਰ ਬਣਾ ਲਿਆ ਸੀਗਾ। ਇਸ ਲਈ ਆਪਸ਼ਨ ਸੈਕੰਡ is your answer,
building a temple in his name. And fifth question is the story teaches us. A story सानू की सिखाउंदी है? Option third, care for others selflessly. Sixth, what is the suitable title for the story? स्टोरी ਲਈ ਸਭ ਤੋਂ suitable title ਕਿਹੜਾ ਹੋਣਾ ਚਾਹੀਦਾ ਹੈ? ਦੱਸੋ. The option third, the rescue of the villagers, कि villagers ਨੂੰ ਕਿਵੇਂ ਬਚਾਇਆ ਗਿਆ. Now next is एक और पैराग्राफ है जो ਸਾਡੇ आप ਤੁਸੀਂ ਨੂੰ ਪੌਜ਼ ਕਰਕੇ ਪੈਰਾਗ੍ਰਾਫ ਰੀਡ ਕਰ ਸਕਦੇ ਹੋ. ਆਈ ਵਿਲ ਐਕਸਪਲੇਨ ਯੂ ਇਟ ਇਨ ਪੰਜਾਬੀ ਓਨਲੀ. ਹੁਣ ਇੱਥੇ ਰਾਈਟਰ ਕਹਿ ਰਿਹਾ ਹੈ ਕਿ ਜੋ ਸਮਰ ਸੀਜ਼ਨ ਹੁੰਦਾ ਹੈ ਇੰਡੀਆ 'ਚ ਉਹ ਫੂਡ ਲਵਰਸ ਲਈ ਖਾਣ ਪੀਣ ਦੇ ਸ਼ੌਕੀਨ ਲੋਕਾਂ ਲਈ ਮੈਂਗੋ ਸੀਜ਼ਨ ਵੀ ਕਿਹਾ ਜਾਂਦਾ ਹੈ ਬਿਕੋਜ਼ ਇਸ ਸੀਜ਼ਨ ਵਿੱਚ ਮੈਂਗੋਜ਼ ਆਉਂਦੇ ਨੇ. ਸਾਡੀ ਕੰਟਰੀ ਵਿੱਚ ਹਰ ਸਟੇਟ ਦੇ ਵਿੱਚ ਡਿਫਰੈਂਟ ਤਰ੍ਹਾਂ ਦੇ ਡਿਫਰੈਂਟ ਵੈਰਾਈਟੀਜ਼ ਦੇ ਮੈਂਗੋਜ਼ ਮਿਲਦੇ ਨੇ ਤੇ ਸਾਰੇ ਹੀ ਕਾਫੀ ਡਿਲੀਸ਼ੀਅਸ ਹੁੰਦੇ ਨੇ. ਕੁਝ ਮੈਂਗੋਜ਼ ਪਕਾ ਕੇ ਖਾਏ ਜਾਂਦੇ ਨੇ, ਪਕਣ ਤੋਂ ਬਾਅਦ ਯੈਲੋ ਹੋ ਕੇ ਖਾਏ ਜਾਂਦੇ ਨੇ ਤੇ ਕਈ ਤੇ ਗ੍ਰੀਨ ਤੇ ਕੱਚੇ ਵੀ ਖਾਦੇ ਜਾਂਦੇ ਨੇ. ਠੀਕ ਹੈ, ਕੱਚੇ ਰॉ ਮੈਂਗੋਜ਼. ਹੁਣ ਮੈਂਗੋ ਦਾ ਸੀਜ਼ਨ ਤੇ ਵੈਂਚ ਮਾਰਚ ਦੇ ਆਖਰੀ ਵੀਕ 'ਚ ਸ਼ੁਰੂ ਹੋ ਜਾਂਦਾ ਹੈ ਬਟ ਮੇਨ ਜਦੋਂ ਵੈਰਾਈਟੀਜ਼ ਜੋ ਆਉਂਦੀਆਂ ਨੇ ਬਾਜ਼ਾਰ ਵਿੱਚ ਉਹ ਅਪ੍ਰੈਲ ਦੇ ਲਾਸਟ ਵੀਕ 'ਚ ਆਉਂਦੀਆਂ ਨੇ. ਠੀਕ ਹੈ, ਤੁਹਾਨੂੰ ਬਾਜ਼ਾਰ ਵਿੱਚ ਕਾਫੀ ਵੈਰਾਈਟੀਜ਼ ਮਿਲ ਜਾਣਗੀਆਂ ਕਦੋਂ? ਇਨ ਦ ਲਾਸਟ ਵੀਕ ਆਫ ਅਪ੍ਰੈਲ. ਉਸ ਤੋਂ ਬਾਅਦ ਸੀਜ਼ਨ ਜੋ ਹੈ ਜੇ ਫॉर एग्जांपल ਮਾਰਚ ਤੋਂ ਸ਼ੁਰੂ ਹੋਇਆ ਹੈ ਤੇ ਖਤਮ ਕਦੋਂ ਹੁੰਦਾ ਹੈ? ਮੋਸਟ ਮਤਲਬ ਕਿ 90% ਜੂਨ ਤੱਕ ਖਤਮ ਹੋ ਜਾਂਦਾ ਹੈ. ਕੁਝ ਏਰੀਆਸ ਵਿੱਚ ਇਹ ਅਗਸਤ ਦੇ ਫਸਟ ਸੀਜ਼ਨ ਤੱਕ ਵੀ ਰਹਿੰਦੇ ਨੇ. ਹੁਣ ਜੋ ਮੈਂਗੋਜ਼ ਦੇ ਸਾਈਜ਼ ਨੇ ਉਹ ਵੈਰੀ ਕਰਦੇ ਨੇ. ਤੁਹਾਨੂੰ ਪਿੰਗ ਪੌਲ ਛੋਟੀ ਜਿਹੀ ਟੇਬਲ ਟੈਨਿਸ ਤੁਹਾਡੀ ਬਾਲ ਹੁੰਦੀ ਹੈ ਉਹਨੇ ਛੋਟੇ ਛੋਟੇ ਬਾਲ ਦੇ ਸਾਈਜ਼ ਦੇ ਵੀ ਤੁਹਾਨੂੰ ਮੈਂਗੋਜ਼ ਮਿਲ ਜਾਣਗੇ ਤੇ ਇੰਨੇ ਵੱਡੇ ਵੀ ਮਿਲ ਜਾਣਗੇ ਕਿ ਜਿਨ੍ਹਾਂ ਦਾ ਕੱਲੇ ਹੀ weight 2 ਤੋਂ 3 ਕਿਲੋ ਹੋ ਜਾਏਗਾ. ਇੱਕ ਅੰਬ ਦਾ weight 2 ਤੋਂ 3 ਕਿਲੋ ਹੋ ਜਾਂਦਾ ਹੈ ਤੇ ਇਟਸ ਅ ਕਾਈਂਡ ਆਫ ਟ੍ਰੀਟ ਫॉर ਅਸ. ਠੀਕ ਹੈ, ਉਸ ਤੋਂ ਬਾਅਦ ਉਹ ਕਹਿ ਰਹੇ ਨੇ ਕਿ ਅਲੱਗ-ਅਲੱਗ ਮੈਂਗੋਜ਼ ਤੋਂ ਅਲੱਗ-ਅਲੱਗ ਡਿਸ਼ਸ ਬਣਦੀਆਂ ਨੇ ਜੋ ਸੀਜ਼ਨ ਦੇ ਹਿਸਾਬ ਨਾਲ ਪ੍ਰਿਪੇਅਰ ਕੀਤੀਆਂ ਜਾਂਦੀਆਂ ਨੇ. ਫॉर एग्जांपल ਆਮਰਸ ਤੁਸੀਂ ਪੀਂਦੇ ਹੋ ਜਾਂ ਮੈਂਗੋ ਸ਼੍ਰੀਖੰਡ ਤੁਸੀਂ ਖਾਂਦੇ ਹੋ, ਵੈਸਟਰਨ ਸਟੇਟਸ 'ਚ ਬਣਦੀਆਂ ਨੇ ਤੇ ਇਹਨੂੰ ਕਿਸ ਨਾਲ ਖਾਧਾ ਜਾਂਦਾ ਹੈ? ਪੂਰੀਜ਼ ਨਾਲ, ਪਿਕਲਸ ਨਾਲ. ਸਾਊਥ ਇੰਡੀਆ ਵਿੱਚ ਮੈਂਗੋ ਰਾਈਸ ਵੀ ਬਣਦੇ ਨੇ. ਠੀਕ ਹੈ, ਤੇ ਇੰਡੀਅਨ ਕੁਜ਼ੀਨ ਵਿੱਚ ਇਹਦੀ ਬਹੁਤ ਵੈਰਾਈਟੀ ਹੈ. ਮੈਂਗੋਜ਼ ਨੂੰ ਬੜੇ ਡਿਫਰੈਂਟ ਤਰੀਕੇ ਨਾਲ ਯੂਜ਼ ਕੀਤਾ ਜਾਂਦਾ ਹੈ. ਉਸ ਤੋਂ ਇਲਾਵਾ ਮੈਂਗੋ ਨੂੰ ਸਵੀਟ, ਸੈਵਰੀ, ਸਪਾਈਸੀ ਟਵੀਟਸ 'ਚ ਵੀ ਗਿਣਿਆ ਜਾਂਦਾ ਹੈ ਤੇ ਇਹ ਕਾਫੀ डिशेस ਦਾ ਇੱਕ ਕੋਰ ਇੰਗਰੀਡੀਐਂਟ ਹੈ, ਮੀਨਸ ਮੇਨ ਇੰਗਰੀਡੀਐਂਟ ਹੈ ਮੈਂਗੋ. ਇਨ ਐਡੀਸ਼ਨ ਕਾਫੀ ਬੇਕਰੀਜ਼, ਪੇਸਟਰੀਜ਼ ਤੁਹਾਨੂੰ ਪਤਾ ਹੈ ਕਿ ਮੈਂਗੋ ਫਲੇਵਰ 'ਚ ਮਿਲਦੀਆਂ ਨੇ. ਚੀਜ਼ ਕੇਕਸ ਹੁੰਦੇ ਨੇ, ਡੈਜ਼ਰਟਸ ਹੁੰਦੇ ਨੇ ਜਿਨ੍ਹਾਂ ਵਿੱਚ ਮੈਂਗੋ ਮੇਨ ਇੰਗਰੀਡੀਐਂਟ ਹੁੰਦਾ ਹੈ. ਮੈਂਗੋ ਦਾ ਟੇਸਟ ਉਹਨਾਂ ਵਿੱਚ ਆਉਂਦਾ ਹੈ ਤੇ ਇਹਨਾਂ ਸਾਰੇ ਰੀਜ਼ਨਸ ਕਾਰਨ ਹੀ ਮੈਂਗੋ ਨੂੰ ਕਿੰਗ ਆਫ ਦ ਫਰੂਟਸ ਵੀ ਕਿਹਾ ਜਾਂਦਾ ਹੈ. ਫਲਾਂ ਦਾ ਰਾਜਾ ਕੌਣ ਹੈ ਬੱਚਿਓ? ਮੈਂਗੋ. ਹੁਣ ਤੁਹਾਨੂੰ ਇੱਕ ਗੱਲ ਤੇ ਸ਼ੋਰ ਹੋਗੀ ਕਿ ਜਿਹਨੂੰ ਵੀ ਮਿੱਠਾ ਖਾਣ ਦਾ ਸ਼ੌਂਕ ਹੈ ਉਹਦੇ ਲਈ ਮੈਂਗੋ ਉਹਦਾ ਫੇਵਰਟ ਹੁੰਦਾ ਹੀ ਹੁੰਦਾ ਹੈ. ਤੇ ਇੱਕ ਗੱਲ ਤੇ ਮੰਨਣੀ ਪਏਗੀ ਕਿ ਇੱਕ ਫਰੈਸ਼ਲੀ ਕੱਟ ਮੈਂਗੋ, ਕਿ ਇੱਕ ਤਾਜ਼ਾ ਕੱਟਿਆ ਹੋਇਆ ਮੈਂਗੋ ਤੋਂ ਸਵਾਦ ਕੁਝ ਵੀ ਨਹੀਂ ਹੁੰਦਾ. ਠੀਕ ਹੈ, ਮੈਂ ਸਾਰਾ ਐਕਸਪਲੇਨ ਕਰਤਾ ਹੈ. ਤੁਸੀਂ ਇਹਨੂੰ ਪੌਜ਼ ਕਰਕੇ ਚੈਪਟਰ ਇਸ ਪੈਰਾਗ੍ਰਾਫ ਨੂੰ ਰੀਡ ਕਰ ਸਕਦੇ ਹੋ. ਨਾਓ ਲੈਟਸ ਸੋਲਵ ਦ ਕੁਐਸਚਨਸ. ਵਨ ਕੈਨ ਫਾਈਂਡ ਮੈਂਗੋਜ਼ ਫਰੋਮ ਡੈਸ਼. ਹੁਣ ਇੱਕ ਬੰਦੇ ਨੂੰ ਮੈਂਗੋਜ਼ ਕਿਹੜੇ ਸੀਜ਼ਨ 'ਚ ਮਿਲ ਸਕਦੇ ਨੇ? ਚਾਹੇ ਵੈਰਾਈਟੀਜ਼ ਜਿਹੜੀਆਂ ਹੈਗੀਆਂ ਹੈ ਉਹ ਮੋਸਟਲੀ ਲਾਸਟ ਵੀਕ ਆਫ ਅਪ੍ਰੈਲ ਟੂ ਜੂਨ ਤੱਕ ਰਹਿੰਦੀਆਂ ਹੈ ਬਟ ਸੀਜ਼ਨ ਮਾਰਚ ਤੋਂ ਸ਼ੁਰੂ ਹੋ ਕੇ ਅਗਸਤ ਦੇ ਫਸਟ ਵੀਕ ਤੱਕ ਰਹਿੰਦਾ ਹੈ. ਇਸ ਲਈ ਆਪਸ਼ਨ 1 ਇਜ਼ योर ਆਨਸਰ. ਨੈਕਸਟ ਇਜ਼ which of the following statement is not true of mango. ਹੁਣ ਮੈਂਗੋਜ਼ ਬਾਰੇ ਕਿਹੜੀ ਸਟੇਟਮੈਂਟ ਟਰੂ ਨਹੀਂ ਹੈ? ਇਹਦੇ ਵਿੱਚ ਆਏਗਾ ਆਪਸ਼ਨ ਥਰਡ ਜੋ ਲਿਖਿਆ ਇਹਨਾਂ ਨੇ ਕਿ ਮੈਂਗੋਜ਼ ਆਰ ਨਾਟ ਅਵੇਲੇਬਲ ਇਨ ਸਮਰ. ਇਹਨਾਂ ਨੇ ਬੋਲਿਆ ਹੈ ਕਿ ਸਮਰ 'ਚ ਮੈਂਗੋ ਅਵੇਲੇਬਲ ਨਹੀਂ ਹੁੰਦਾ ਹੈ. ਝੂਠ ਹੈ, ਮੈਂਗੋ ਦਾ ਸੀਜ਼ਨ ਹੀ ਸਮਰ ਸੀਜ਼ਨ ਹੁੰਦਾ ਹੈ. ਫਸਟ ਲਾਈਨ 'ਚ ਲਿਖਿਆ ਹੋਇਆ ਸੀ. ਨੈਕਸਟ ਇਜ਼ the range of special dishes in the vast Indian cuisine is a plenty means. ਹੁਣ ਕਿ ਜਿਹੜੀ ਸਾਡੀ ਰੇਂਜ ਹੈ ਇੰਡੀਅਨ ਕੁਜ਼ੀਨ ਵਿੱਚ ਸਪੈਸ਼ਲ ਡਿਸ਼ਸ ਦੀ ਉਹ ਕਾਫੀ ਨੇ. ਇਹਦਾ ਮਤਲਬ ਕੀ ਹੈ? ਆਪਸ਼ਨ 4 that there are lots of special dishes with mangoes in the Indian cuisine. Next is core ingredient in the passage means. ਹੁਣ core ingredient ਦਾ ਕੀ ਮਤਲਬ ਹੈ? That means main ingredient. ਕਾਫੀ ਚੀਜ਼ਾਂ ਵਿੱਚ ਮੇਨ ਇੰਗਰੀਡੀਐਂਟ ਮੈਂਗੋ ਹੁੰਦਾ ਹੈ. ਕਿਸੇ ਵੀ ਡਿਸ਼ ਦੀ ਤੁਸੀਂ ਗੱਲ ਕਰ ਰਹੇ ਹੋ, ਫॉर एग्जांपल ਤੁਸੀਂ ਚਿਕਨ ਬਣਾ ਰਹੇ ਹੋ ਤੇ ਚਿਕਨ ਹੀ ਮੇਨ ਇੰਗਰੀਡੀਐਂਟ ਹੋਏਗਾ ਨਾ ਚਿਕਨ ਬਣਾਉਣ ਲਈ, ਚਿਕਨ ਦੀ ਸਬਜ਼ੀ ਬਣਾਉਣ ਲਈ. ਸੇਮ ਗੋਜ਼ ਸਾਡਾ ਮੈਂਗੋ ਵੀ ਕੋਰ ਇੰਗਰੀਡੀਐਂਟ ਉਹਨਾਂ ਨੇ ਪੈਸੇਜ 'ਚ ਬੋਲਿਆ ਸੀ which means main ingredient. Next is mango is often called. ਹੁਣ ਮੈਂਗੋ ਨੂੰ ਕੀ ਕਿਹਾ ਜਾਂਦਾ ਹੈ? ਆਪਸ਼ਨ ਸੈਕੰਡ the king of the fruits. And last is according to the text which is the best way of eating a mango. ਹੁਣ ਅੰਬ ਨੂੰ ਖਾਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ? ਲਾਸਟ ਲਾਈਨ ਸੀਗੀ eating a freshly cut mango. Option 4th is your
answer. Now next, again it's a paragraph. ਤੁਸੀਂ video pause ਕਰਕੇ paragraph ਨੂੰ read ਕਰ ਲਓ, then you unpause it and listen to the explanation which I'm going to give to you right now. ਹੁਣ ਗੱਲ ਹੋ ਰਹੀ ਹੈ ਗੈਲੀਲੀਓ ਤੇ ਉਹਦੇ ਟੈਲੀਸਕੋਪ ਦੀ. ਗੈਲੀਲੀਓ ਗੈਲੀਲ is the famous astronomer. ਇਹ ਤੁਹਾਨੂੰ ਪਤਾ ਹੀ ਹੈ, ਇੱਕ famous astronomer ਦਾ ਨਾਮ ਹੈ ਜੋ ਕਿ ਪੈਦਾ ਹੋਏ ਸਨ 1564 ਵਿੱਚ, ਤੇ ਉਹਨਾਂ ਦਾ ਸਥਾਨ ਸੀਗਾ ਪੀਸਾ ਜੋ ਹੈ ਇਟਲੀ ਵਿੱਚ. ਉਹ ਜਦੋਂ 20 ਸਾਲ ਦੇ ਸੀਗੇ ਉਹ ਪੀਸਾ 'ਚ ਪੜ੍ਹ ਰਹੇ ਸੀਗੇ. ਉਹਨਾਂ ਦੇ ਪਾਪਾ ਚਾਹੁੰਦੇ ਸੀ ਕਿ ਉਹ ਡਾਕਟਰ ਬਣਨ, ਬਟ ਗੈਲੀਲੀਓ ਦਾ ਸਟੱਡੀਜ਼ ਵਿੱਚ ਇਹਨਾਂ ਮਨ ਨਹੀਂ ਲੱਗਦਾ ਸੀ. ਸਿਰਫ ਉਹ ਮੈਥਮੈਟਿਕਸ ਨੂੰ ਕਰਨਾ ਪਸੰਦ ਕਰਦੇ ਸੀ, ਮੈਥਸ ਨੂੰ ਕਰਨਾ ਪਸੰਦ ਕਰਦੇ ਸੀ. ਤੇ ਉਹ ਕਹਿ ਰਹੇ ਨੇ ਕਿ ਰੀਜ਼ਨ ਇਹ ਹੈ ਕਿ ਉਹਨਾਂ ਨੂੰ ਮੈਥਸ ਨਾਲ ਚੰਗਾ ਲੱਗਦਾ ਸੀ, ਇਸੇ ਲਈ ਕੋਚ ਮੈਥਮੈਟੀਸ਼ੀਅਨ ਨੇ ਉਹਨਾਂ ਨੂੰ ਟਿਊਸ਼ਨ ਆਫਰ ਕੀਤੀ ਪ੍ਰਾਈਵੇਟਲੀ ਤਾਂ ਕਿ ਉਹ ਇੱਕ ਕੁਆਲੀਫਾਈਡ ਮੈਥਮੈਟੀਸ਼ੀਅਨ ਬਣ ਸਕਣ. ਗੈਲੀਲੀਓ ਦੇ ਪਾਪਾ ਡਿਸਅਪਾਇੰਟ ਤੇ ਹੋ ਗਏ ਕਿਉਂਕਿ ਉਹ ਚਾਹੁੰਦੇ ਸੀ ਉਹ ਡਾਕਟਰ ਬਣੇ, ਬਟ ਉਹ ਐਂਡ 'ਚ ਐਗਰੀ ਕਰ ਗਏ. ਹੁਣ ਕੀ ਹੋਇਆ, ਗੈਲੀਲੀਓ ਨੂੰ ਪੈਸਾ ਕਮਾਉਣਾ ਜ਼ਰੂਰੀ ਸੀਗਾ, ਇਸ ਲਈ ਉਹਨਾਂ ਨੇ ਡਿਫਰੈਂਟ ਚੀਜ਼ਾਂ ਦਾ ਐਕਸਪੈਰੀਮੈਂਟ ਕਰਨਾ ਸ਼ੁਰੂ ਕਰਤਾ, ਤੇ ਇੰਜ ਕਰਦੇ ਕਰਦੇ ਉਹਨਾਂ ਨੇ ਕਾਫੀ ਛੋਟੇ ਛੋਟੇ ਇਨਵੈਂਸ਼ਨ ਕੀਤੇ ਜਿਨ੍ਹਾਂ ਨਾਲ ਉਹਨਾਂ ਨੂੰ ਪੈਸਾ ਬਣਨਾ ਸ਼ੁਰੂ ਹੋਇਆ. ਉਹਨਾਂ ਨੂੰ ਸਟਾਰਟਿੰਗ ਵਿੱਚ ਛੋਟੀ ਮੋਟੀ ਸਕਸੈਸ ਮਿਲੀ, ਲਾਈਕ ਉਹਨਾਂ ਨੇ ਕੰਪਸ ਬਣਾਈ ਜਿਹਦੇ ਨਾਲ ਅਸੀਂ ਮੈਜ਼ਰ ਕਰ ਸਕਦੇ ਹਾਂ ਕਿ ਏਰੀਆ ਆਫ ਪਲਾਟ ਅਸੀਂ ਮੈਜ਼ਰ ਕਰ ਸਕਦੇ ਹਾਂ, ਲੈਂਡ ਨੂੰ ਮੈਜ਼ਰ ਕਰ ਸਕਦੇ ਹਾਂ. ਉਹਨਾਂ ਨੇ ਐਕਸਪੈਰੀਮੈਂਟ ਪੈਂਡੂਲਮ ਦਾ ਵੀ ਕੀਤਾ ਸੀ, ਥਰਮੋਮੀਟਰਸ ਦਾ ਵੀ ਕੀਤਾ ਸੀ ਤੇ ਮੈਗਨੇਟਸ ਦਾ ਵੀ ਕੀਤਾ ਸੀ. ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਇੱਕ ਡਚ ਇਨਵੈਂਟਰ ਨੇ ਇੱਕ ਚੀਜ਼ ਬਣਾਈ ਹੈ ਜਿਹਨੂੰ ਕਹਿੰਦੇ ਨੇ ਸਪਾਈ ਗਲਾਸ, ਤੇ ਉਹਨੇ ਉਹਨੂੰ ਛੁਪਾ ਕੇ ਰੱਖਿਆ ਹੈ. ਗੈਲੀਲੀਓ ਨੇ ਵੀ ਉਹਦੇ ਉੱਪਰ ਕੰਮ ਕੀਤਾ, ਆਪਣੇ ਆਪ ਹੀ ਉਹਨੇ ਕੰਮ ਕਰਨਾ ਸ਼ੁਰੂ ਕਰਤਾ, ਤੇ ਵਿਦਿਨ 24 ਆਵਰਸ ਮਤਲਬ ਕਿ ਇੱਕ ਦਿਨ ਦੇ ਵਿੱਚ ਉਹਨਾਂ ਨੇ ਟੈਲੀਸਕੋਪ ਬਣਾਤਾ ਜਿਹਦੇ ਨਾਲ ਤੁਸੀਂ ਚੀਜ਼ਾਂ ਨੂੰ ਮੈਗਨੀਫਾਈ ਕਰਕੇ ਵੇਖ ਸਕਦੇ ਹੋ 10 ਗੁਣਾ ਜ਼ਿਆਦਾ ਵੱਡੀ ਰੀਅਲ ਜ਼ਿੰਦਗੀ ਵਿੱਚ. ਇੱਕ ਰਾਤੀ ਕੀ ਹੋਇਆ, ਉਹਨਾਂ ਨੇ ਟੈਲੀਸਕੋਪ ਦੇ ਨਾਲ ਛੱਤ ਆਪਣਾ ਸਕਾਈ ਵੱਲ ਵੇਖਿਆ, ਤੇ ਉਹਨਾਂ ਨੇ ਵੇਖਿਆ ਕਿ ਸਪੇਸ ਵਿੱਚ ਕਾਫੀ ਚੀਜ਼ਾਂ ਨੇ. ਫॉर ਐਗਜ਼ਾਮਪਲ ਕਿ ਜਿਹੜਾ ਸਨ ਹੈ, ਜਿਹੜਾ ਸਾਡਾ ਮੂਨ ਹੈ, ਉਹ ਇੰਨਾ ਸਮੂਥ ਨਹੀਂ ਹੈ ਜਿਵੇਂ ਲੋਕੀ ਸਮਝਦੇ ਨੇ. ਉਹਦੇ ਉੱਪਰ ਬੰਪਸ ਨੇ, ਕ੍ਰੈਟਰਸ ਨੇ, ਛੇਦ ਨੇ, ਦਾਗ ਨੇ, ਦੱਬੇ ਜੋ ਅਸੀਂ ਕਹਿੰਦੇ ਆ ਨਾਰਮਲੀ ਸਨ ਨੂੰ ਮੂਨ ਨੂੰ ਵੇਖ ਕੇ, ਬਟ ਰਿਐਲਿਟੀ ਵਿੱਚ ਉਹ ਕੀ ਹੈਗੇ ਨੇ, ਕ੍ਰੈਟਰਸ ਨੇ, ਬੰਪਸ ਨੇ. ਠੀਕ ਹੈ, ਹੁਣ ਆਹਿਸਤਾ ਆਹਿਸਤਾ ਟੈਕਨੋਲੋਜੀ ਇੰਪਰੂਵ ਹੋਈ ਤੇ ਵੈਨ ਜੀ ਨਾਲ ਹੀ ਗੈਲੀਲੀਓ ਦਾ ਟੈਲੀਸਕੋਪ ਵੀ ਇੰਪਰੂਵ ਹੋਇਆ, ਤੇ ਅੱਜ ਦੀ ਡੇਟ ਵਿੱਚ ਇਹ ਵੰਡਰਫੁਲ ਡਿਵਾਈਸ ਹੈ ਡਿਸਟੈਂਸ ਤੇ ਪਈ ਚੀਜ਼ਾਂ ਨੂੰ ਵੇਖਣ ਦਾ. ਆਈ ਹੋਪ ਤੁਹਾਨੂੰ ਪੈਰਾਗ੍ਰਾਫ ਸਮਝ ਲੱਗ ਗਿਆ. ਨਾਓ ਲੈਟਸ ਸੋਲਵ ਦ ਕੁਐਸਚਨਸ. Why did Galileo begin experimenting with different things? ਉਹਨਾਂ ਨੇ ਅਲੱਗ-ਅਲੱਗ ਚੀਜ਼ਾਂ ਨਾਲ ਐਕਸਪੈਰੀਮੈਂਟ ਕਰਨਾ ਕਿਉਂ ਸ਼ੁਰੂ ਕਰਤਾ ਸੀ? Because he wanted to earn money. So third option is your answer, to earn money. 14th, Galileo's father was disappointed because Galileo didn't dash. ਹੁਣ ਉਹਦੇ ਪਾਪਾ ਕਿਉਂ ਡਿਸਅਪਾਇੰਟ ਹੋ ਗਏ ਸੀ? ਕਿਉਂਕਿ ਗੈਲੀਲੀਓ ਨੇ ਉਹਨਾਂ ਦੀ ਵਿਸ਼ ਫੁਲਫਿਲ ਨਹੀਂ ਕੀਤੀ ਸੀ ਜੋ ਸੀ ਕਿ ਉਹ ਡਾਕਟਰ ਬਣੇ. Next, find the word from the passage which means to make something large and detailed. ਹੁਣ ਕਿਸੇ ਚੀਜ਼ ਨੂੰ ਵੱਡਾ ਡਿਟੇਲ ਕਰਨ ਲਈ ਕਿਸ ਚੀਜ਼ ਨੂੰ ਉਹ ਵਰਡ ਕਿਹੜਾ ਹੈ, ਇਸ ਲਾਈਨ ਨੂੰ ਕਿਹੜਾ ਵਰਡ ਡਿਸਕ੍ਰਾਈਬ ਕਰ ਰਿਹਾ ਇਸ ਪੈਸੇਜ ਵਿੱਚ? That's option 1, magnify. 16th, which is Galileo's important invention? ਹੁਣ ਸਭ ਤੋਂ important invention ਕਿਹੜੀ ਲਈ ਗੈਲੀਲੀਓ ਦੀ? ਅਸੀਂ ਪੈਰਾਗ੍ਰਾਫ 'ਚ ਪੜ੍ਹਿਆ ਹੈ. Option 3, telescope. Which of the following is not correct according to the passage? ਹੁਣ ਕਿਹੜੀ ਚੀਜ਼ correct ਨਹੀਂ ਹੈ ਪੈਸੇਜ ਦੇ accordingly? तो की है देखो, गैलीलियो invented telescope in 24 hours, ਇਹ ਵੀ ਠੀਕ ਸੀ. Galileo experimented with the pendulums and thermometers, ਇਹ ਵੀ ਠੀਕ ਸੀ. Galileo invented a compass to measure a land, ਇਹ ਵੀ ਠੀਕ ਸੀ. Galileo made first observation about earth using the telescope, ਇਹ wrong ਹੈ. ਉਹਨਾਂ ਨੇ earth ਦੀ observation ਨਹੀਂ ਕੀਤੀ ਸੀ, ਉਹਨਾਂ ਨੇ space ਨੂੰ observe ਕੀਤਾ ਸੀ. That means fourth option is your answer and it is the incorrect statement ਜੋ question ਚ ਪੁੱਛਿਆ ਗਿਆ. Now 18th is, which of the following idiom best describes Galileo's life and work? ਹੁਣ ਕਿਹੜਾ ਉਹ idiom ਹੈ ਜੋ ਗੈਲੀਲੀਓ ਦੀ ਜ਼ਿੰਦਗੀ ਨੂੰ best describe ਕਰ ਰਿਹਾ ਹੈ? Option 2 is your answer, where there is a will there is a way. ਜਿੱਥੇ ਚਾਹ ਹੁੰਦੀ ਹੈ ਰਾਹ ਮਿਲ ਹੀ ਜਾਂਦੀ ਹੈ. Now next is, read the following chart and answer the questions that follows. ਜੇ ਤੁਸੀਂ ਮੇਰੀ ਵੀਡੀਓ ਨੂੰ ਪਹਿਲੇ ਵੇਖ ਚੁੱਕੇ ਹੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਰੱਖਿਆ, ਤੁਹਾਨੂੰ ਇਸ ਚਾਰਟ ਦੀ ਸ਼ਾਰਟ ਵੀਡੀਓ ਤੁਸੀਂ ਵੇਖੀ ਹੋਏਗੀ, ਤੁਹਾਨੂੰ ਈਜ਼ੀਲੀ ਉਹ ਮਿਲ ਸਕਦੀ ਹੈ ਮੇਰੇ ਵੀਡੀਓਜ਼ ਦੇ ਵਿੱਚ, ਪਲੇਲਿਸਟ ਦੇ ਵਿੱਚ ਨੈਸ ਦੀ. ਅਸੀਂ ਇਸ ਲਈ ਸਿੱਧਾ ਨੈਕਸਟ ਸਟੈਪ ਚੱਲਦੇ ਹਾਂ. ਮੈਂ ਡਿਸਕ੍ਰਿਪਸ਼ਨ ਬਾਕਸ 'ਚ ਇਹਦੀ ਲਿੰਕ ਵੀ ਪਾ ਦਾਂਗੀ. ਨਾਓ ਨੈਕਸਟ ਇਜ਼ Indians are known for their hospitalities. ਹੁਣ ਕੀ ਗੱਲ ਹੋ ਰਹੀ ਹੈ ਕਿ ਅਸੀਂ ਭਾਰਤ ਦੇ ਜਿਹੜੇ ਲੋਕੀ ਆ, ਅਸੀਂ ਮਹਿਮਾਨ ਨਵਾਜ਼ੀ ਵਿੱਚ ਬਹੁਤ ਫੇਮਸ ਆ ਕਿ ਅਸੀਂ ਬਹੁਤ ਜ਼ਿਆਦਾ
ਸਾਡੇ ਘਰ ਕੋਈ ਗੈਸਟ ਆਂਦਾ ਉਹਨੂੰ ਅਸੀਂ ਰੱਬ ਵਾਂਗ ਮੰਨਦੇ ਹਾਂ, ਅਤਿਥੀ ਦੇਵੋ ਭਵ ਅਸੀਂ ਕਹਿੰਦੇ ਹਾਂ। ਹੁਣ ਅਸੀਂ ਸਾਰਿਆਂ ਨੂੰ ਮੈਂ ਸਿਰਫ ਐਕਸਪਲੇਨ ਕਰ ਰਹੀ ਹਾਂ, ਠੀਕ ਹੈ। ਹੁਣ ਅਸੀਂ ਸਾਰੇ ਆਪਣੇ ਜਿੰਨੇ ਵੀ ਗੈਸਟ ਆਂਦੇ ਆ ਬਾਹਾਂ ਖੋਲ ਕੇ ਉਹਨਾਂ ਦਾ ਵੈਲਕਮ ਕਰਦੇ ਆ, ਉਹਨੂੰ ਆਨਰ ਕਰਦੇ ਆ, ਰਿਸਪੈਕਟ ਕਰਦੇ ਆ, ਸਰਵ ਕਰਦੇ ਆ, ਤੇ ਇਹਨੂੰ ਅਸੀਂ ਆਪਣਾ ਇੱਕ ਧਾਰਮਿਕ ਕੰਮ ਮੰਨਦੇ ਆ। ਕਿਉਂਕਿ ਸਾਡੇ ਇੱਥੇ ਗੈਸਟ ਨੂੰ ਅਨਵੈਲਕਮ ਨਹੀਂ ਕੀਤਾ ਜਾਂਦਾ, ਵੈਲਕਮ ਹੀ ਕੀਤਾ ਜਾਂਦਾ ਹੈ। ਬਟ ਕੁਝ ਗੈਸਟ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਜਦੋਂ ਆਂਦੇ ਨੇ ਸਾਡੇ ਮੂੰਹ ਤੇ ਤੂੜੀ ਪੈ ਜਾਂਦੀ ਹੈ ਕਿ ਯਾਰ ਇਹ ਕਿਉਂ ਆ ਗਿਆ, ਕਿਉਂਕਿ ਸਾਨੂੰ ਉਹ ਚੰਗਾ ਨਹੀਂ ਲੱਗਦਾ। ਸੇਮ ਗੋਸ ਮਿਸਟਰ SM ਨਾਰਾਇਣ, ਜੋ ਇਸ ਪੈਰਾਗ੍ਰਾਫ ਵਿੱਚ ਮੇਨ ਕਰੈਕਟਰ ਹੈ, ਜੋ ਤੁਹਾਡੇ ਰਾਈਟਰ ਦਾ ਫਾਦਰ ਦਾ ਫਰੈਂਡ ਹੈ, ਉਹ ਇੱਕ ਐਸਾ ਪਰਸਨ ਹੈ ਕਿ ਜਦੋਂ ਵੀ ਉਹ ਆਂਦਾ ਸੀਗਾ ਨਾ ਪੂਰੀ ਘਰ ਦੀ ਰੂਟੀਨ ਹੀ ਵਿਗਾੜ ਦਿੰਦਾ ਸੀ। ਉਹ ਬਾਰ-ਬਾਰ ਫ੍ਰੀਕੁਐਂਟਲੀ ਆ ਜਾਂਦਾ ਸੀਗਾ, ਕੋਈ ਪ੍ਰਾਇਰ ਇਨਫੋਰਮੇਸ਼ਨ ਵੀ ਨਹੀਂ ਦਿੰਦਾ ਸੀ, ਕਿ ਫੋਨ ਕਰਕੇ ਵੀ ਨਹੀਂ ਦੱਸਦਾ ਸੀਗਾ ਕਿ ਮੈਂ ਆ ਰਿਹਾ ਹਾਂ ਜਾਂ ਸਮਥਿੰਗ ਲਾਈਕ ਦੈਟ, ਸਿੱਧਾ ਹੀ ਟਪਕ ਪੈਂਦਾ ਸੀ। ਜਦੋਂ ਵੀ ਉਹ ਬੈਂਗਲੁਰੂ ਜਾਂਦਾ ਸੀ ਆਂਦਾ ਸੀਗਾ ਆਪਣੇ ਫਰੈਂਡ ਨੂੰ ਮਿਲਣ, ਤਾਂ ਰਾਈਟਰ ਦੇ ਮਦਰ ਨੂੰ ਬਹੁਤ ਪ੍ਰੋਬਲਮ ਹੁੰਦੀ ਸੀ, ਉਹਨਾਂ ਨੂੰ ਆਪਣੇ ਕੰਮ ਤੋਂ ਲੀਵ ਲੈਣੀ ਪੈਂਦੀ ਸੀ, ਕਿਉਂਕਿ ਇੱਕ ਤੇ ਜਿਹੜੇ ਮਿਸਟਰ ਨਾਰਾਇਣ ਸੀਗੇ ਉਹ ਜਲਦੀ ਸਵੇਰੇ ਉੱਠਦੇ ਨਹੀਂ ਸੀਗੇ। ਉਸ ਤੋਂ ਇਲਾਵਾ ਉਹਨਾਂ ਨੂੰ ਆਪਣਾ ਬ੍ਰੇਕਫਾਸਟ ਵੀ ਪ੍ਰੋਪਰ ਚਾਹੀਦਾ, ਲੰਚ ਵੀ ਪ੍ਰੋਪਰ ਚਾਹੀਦਾ। ਉਹ ਬਿਲਕੁਲ ਹੀ ਪਰਵਾਹ ਕਰਦੇ ਸੀ ਕਿ ਕੌਣ ਕੋਈ ਬਿਜ਼ੀ ਹੈ ਕਿ ਨਹੀਂ ਹੈ, ਉਹਨਾਂ ਨੂੰ ਆਪਣਾ ਸਾਰਾ ਕੰਮ ਟਾਈਮ ਸਿਰ ਚਾਹੀਦਾ ਹੈ, ਤੇ ਹਰ ਟਾਈਮ ਕੰਪਲੇਨ ਹੀ ਕਰਦੇ ਰਹਿੰਦੇ ਸੀਗੇ ਕਿ ਖਾਣਾ ਚੰਗੀ ਤਰ੍ਹਾਂ ਬਣਿਆ ਨਹੀਂ ਹੋਇਆ। ਰਾਈਟਰ ਕਹਿ ਰਿਹਾ ਮੇਰੀ ਮਾਂ ਜਿਹਨੂੰ ਹਰ ਚੀਜ਼ ਤਰੀਕੇ ਸਿਰ ਰੱਖਣ ਦੀ ਆਦਤ ਸੀਗੀ, ਬਟ ਜਦੋਂ ਵੀ ਮਿਸਟਰ ਨਾਰਾਇਣ ਆਂਦੇ ਸੀ ਉਹਨਾਂ ਦਾ ਗੈਸਟ ਰੂਮ ਤੇ ਉਹਨਾਂ ਦਾ ਡਰਾਇੰਗ ਰੂਮ ਬਿਲਕੁਲ ਹੀ ਮੈਸ ਹੋ ਜਾਂਦਾ ਸੀ, ਗੰਦ ਪੈ ਜਾਂਦਾ ਸੀ, ਕਿਉਂਕਿ ਮਿਸਟਰ ਨਾਰਾਇਣ ਬੜੇ ਅਨਸਿਸਟਮੈਟਿਕ ਸੀਗੇ। ਉਹ ਕੋਈ ਵੀ ਚੀਜ਼ ਸਿਸਟਮ ਨਾਲ ਨਹੀਂ ਕਰਦੇ ਸੀਗੇ, ਇੱਧਰ ਉੱਧਰ ਚੀਜ਼ਾਂ ਨੂੰ ਥਰੋ ਕਰ ਦਿੰਦੇ ਸੀ, ਸੁੱਟ ਦਿੰਦੇ ਸੀਗੇ, ਤੇ ਘਰ ਵਿੱਚ ਕੋਈ ਸਰਵੈਂਟ ਵੀ ਨਹੀਂ ਸੀਗਾ, ਫਿਰ ਵੀ ਉਹ ਐਕਸਪੈਕਟ ਕਰਦੇ ਸੀ ਕਿ ਰਾਈਟਰ ਦੀ ਮਦਰ ਉਹਨਾਂ ਦੇ ਕੱਪੜੇ ਧੋਏ ਤੇ ਪ੍ਰੈਸ ਕਰੇ। ਮਿਸਟਰ ਨਾਰਾਇਣ ਬਿਲਕੁਲ ਵੀ ਕੰਸੀਡਰ ਨਹੀਂ ਕਰਦੇ ਸੀਗੇ ਤੇ ਕਿ ਕੋਈ ਬੰਦਾ ਥੱਕ ਗਿਆ ਜਾਂ ਉਹਨੂੰ ਕੋਈ ਪ੍ਰੋਬਲਮ ਹੈ, ਉਹ ਬਸ ਚਾਹੁੰਦੇ ਸੀ ਕਿ ਮੇਰੀ ਹਰ ਚੀਜ਼ ਮੇਰੇ ਤਰੀਕੇ ਨਾਲ ਹੋਵੇ। ਉਹ ਆਪਣੀ ਕੋਈ ਚੀਜ਼ ਵੀ ਲੈ ਕੇ ਆਂਦੇ ਸੀ, ਉਹ ਫ੍ਰੀਲੀ ਮੇਰੇ ਪਾਪਾ ਦੀ ਸ਼ੇਵਿੰਗ ਕਿਟ ਵੀ ਯੂਜ਼ ਕਰਦੇ ਸੀ, ਈਵਨ ਸਾਡਾ ਟੈਲੀਫੋਨ ਵੀ ਉਹ ਲੋਕਲ STD ਕਾਲਸ ਲਈ ਯੂਜ਼ ਕਰਦੇ ਰਹਿੰਦੇ ਸੀ। ਉਹ ਨਾ ਉਹਨਾਂ ਨੂੰ ਹੁੰਦਾ ਸੀ ਕਿ ਉਹਨੇ ਕਿਹੜਾ ਟੈਲੀਫੋਨ ਦੇ ਬਿੱਲ ਭਰਨਾ, ਇਸ ਲਈ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਫੋਨ ਘੁਮਾਉਂਦੇ ਰਹਿੰਦੇ ਸੀਗੇ। ਆਪਣੇ ਲੋਕਲ ਗੈਸਟ ਨੂੰ ਵੀ ਜੋ ਉੱਥੇ ਆਸ-ਪਾਸ ਰਹਿੰਦੇ ਨੇ ਬੈਂਗਲੁਰੂ ਵਿੱਚ, ਉਹਨਾਂ ਨੂੰ ਸਾਡੇ ਘਰ ਬੁਲਾ ਲੈਂਦੇ ਸੀਗੇ, ਤੋਂ ਐਕਸਪੈਕਟ ਕਰਦੇ ਸੀ ਕਿ ਅਸੀਂ ਉਹਨਾਂ ਦੇ ਗੈਸਟ ਦਾ ਧਿਆਨ ਰੱਖੀਏ। ਉਸ ਤੋਂ ਇਲਾਵਾ ਮੇਰੇ ਪਾਪਾ ਦੀ ਕਾਰ ਨੂੰ ਵੀ ਉਹ ਆਰਾਮ ਨਾਲ ਯੂਜ਼ ਕਰਦੇ ਸੀ, ਇਹ ਵੀ ਨਹੀਂ ਕਿ ਹਾਂ ਜੀ ਕਾਰ ਕਿਸੇ ਹੋਰ ਦੀ ਹੈ ਤੇ ਮੈਂ ਉਹਨੂੰ ਤਰੀਕੇ ਨਾਲ ਯੂਜ਼ ਕਰਾਂ ਜਾਂ ਨਾ ਯੂਜ਼ ਕਰਾਂ, ਨਹੀਂ, ਉਹ ਫ੍ਰੀਲੀ ਉਹਨੂੰ ਯੂਜ਼ ਕਰ ਰਹੇ ਹੁੰਦੇ ਸੀ। ਫਿਰ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਿ ਅਸੀਂ ਉਹਨਾਂ ਸਾਰੀ ਖੁਆਇਸ਼ਾਂ ਪੂਰੀ ਕਰਦੇ ਹਾਂ, ਕਦੀ ਮਨਾ ਨਹੀਂ ਕਰਦੇ ਕੁਝ ਵੀ, ਫਿਰ ਵੀ ਉਹ ਸਾਡੀ ਹੌਸਪਿਟੈਲਿਟੀ ਤੋਂ ਸੈਟੀਸਫਾਈ ਨਹੀਂ ਹੁੰਦੇ ਸੀ, ਉਹਨਾਂ ਨੂੰ ਕੁਝ ਨਾ ਕੁਝ ਕਮੀ ਲੱਗਦੀ ਸੀ। ਠੀਕ ਹੈ, ਜਦੋਂ ਤੱਕ ਮਿਸਟਰ ਨਾਰਾਇਣ ਘਰ 'ਚ ਹੁੰਦੇ ਸੀਗੇ ਸਾਡੀ ਪੂਰੀ ਰੂਟੀਨ ਅਪਸੈਟ ਹੀ ਰਹਿੰਦੀ ਸੀ ਤੇ ਅਸੀਂ ਸਾਰੇ ਟੈਨਸ਼ਨ 'ਚ ਹੀ ਰਹਿੰਦੇ ਸੀ। ਜੰਝ ਹੀ ਪਾਪਾ ਉਹਨਾਂ ਨੂੰ ਸਟੇਸ਼ਨ ਤੇ ਛੱਡ ਕੇ ਆਉਂਦੇ ਸੀ, ਅਸੀਂ ਸੁੱਖ ਦਾ ਸਾਹ ਲੈਂਦੇ ਸੀ। ਠੀਕ ਹੈ, ਆਈ ਹੋਪ ਤੁਹਾਨੂੰ ਪੈਰਾਗ੍ਰਾਫ ਸਮਝ ਲੱਗ ਗਿਆ। ਨਾਓ ਲੈਟਸ ਸੋਲਵ ਦਾ ਕੁਐਸਚਨਸ। Why do Indians honor their guests? ਹੁਣ ਇੰਡੀਅਨਸ ਗੈਸਟ ਨੂੰ ਕਿਉਂ honor ਕਰਦੇ ਆ? ਆਪਸ਼ਨ ਸੈਕਿੰਡ, they feel it is their sacred duty, ਇਹ ਸਾਡਾ ਧਾਰਮਿਕ ਕਰਤੱਵ ਹੈ ਕਿ ਅਸੀਂ ਅਤਿਥੀ ਦੇਵੋ ਮੰਨੀਏ, ਕਿ ਅਤਿਥੀ ਦੇਵੋ ਭਵ ਮੰਨੀਏ, ਕਿ ਅਸੀਂ ਆਪਣੇ ਗੈਸਟ ਨੂੰ ਰੱਬ ਮੰਨੀਏ। 26th, Indians are known for their hospitality, yet some guests are unwelcome because ਹੁਣ ਇੰਡੀਅਨਸ ਜਾਣੇ ਜਾਂਦੇ ਨੇ ਆਪਣੀ ਮਹਿਮਾਨ ਨਵਾਜ਼ੀ ਲਈ, ਫਿਰ ਵੀ ਕੁਝ ਇਹੋ ਜਿਹੇ ਗੈਸਟ ਹੁੰਦੇ ਨੇ ਜਿਹੜੇ ਅਨਵੈਲਕਮ ਹੁੰਦੇ, ਉਹ ਕਿਉਂ? ਆਪਸ਼ਨ ਏ 'ਚ ਲਿਖਿਆ ਕਿ ਉਹ ਬਿਨਾਂ ਨੋਟਿਸ ਦਿੱਤੇ ਆ ਜਾਂਦੇ ਨੇ, ਕੋਈ ਇਨਫੋਰਮੇਸ਼ਨ ਨਹੀਂ ਦਿੰਦੇ ਨੇ। ਬੀ ਲਿਖਿਆ ਹੈ ਕਿ ਉਹ ਫੂਡ ਲਈ ਬਹੁਤ ਫਸ ਕਰਦੇ ਨੇ, ਉਹਨਾਂ ਨੂੰ ਖਾਣਾ ਪਸੰਦ ਨਹੀਂ ਆਉਂਦਾ, ਕੁਝ ਨਾ ਕੁਝ ਚੁੜ ਕਰਦੇ ਰਹਿੰਦੇ ਨੇ। ਸੀ ਕਿ ਉਹ ਪੂਰੀ ਰੂਟੀਨ ਡਿਸਟਰਬ ਕਰ ਦਿੰਦੇ ਨੇ। ਹੁਣ ਉਹ ਕਹਿ ਰਹੇ ਨੇ ਇਹਨਾਂ ਤਿੰਨਾਂ ਵਿੱਚੋਂ ਕਿਹੜੇ ਆਪਸ਼ਨਸ ਬਣ ਰਹੇ ਨੇ, ਤੇ ਇਹ ਤਿੰਨੋਂ ਹੀ ਆਪਸ਼ਨਸ ਰਾਈਟ ਨੇ। ਆਪਸ਼ਨ 4th ਇਜ਼ ਯੋਰ ਆਨਸਰ, A, B and C। ਨੈਕਸਟ ਇਜ਼ ਮਿਸਟਰ ਨਾਰਾਇਣ ਇਜ਼ ਪਾਰਟਿਕੂਲਰਲੀ ਅਨੋਇੰਗ ਬਿਕੋਜ਼, ਹੁਣ ਮਿਸਟਰ ਜਿਹੜੇ ਨਾਰਾਇਣ ਸੀਗੇ ਉਹ ਕਿਸ ਰੀਜ਼ਨ ਤੋਂ ਸਭ ਤੋਂ ਜ਼ਿਆਦਾ ਅਨੋਇੰਗ ਲੱਗਦੇ ਸੀਗੇ ਰਾਈਟਰ ਨੂੰ, ਕੀ ਉਹ ਰੀਜ਼ਨ ਸੀਗੀ? ਕਿਉਂਕਿ ਆਪਸ਼ਨ 3rd ਇਜ਼ ਕਿ ਉਹ ਤੁਹਾਡੀ ਡਿਸਟਰਬ ਹੀ ਯੂਜ਼ਡ ਟੂ ਡਿਸਟਰਬ ਦ ਰੂਟੀਨ ਆਫ ਦ ਰਾਈਟਰ, ਕਿ ਪੂਰੇ ਘਰ ਨੂੰ ਹੀ ਦੀ ਰੂਟੀਨ ਨੂੰ ਹੀ ਉਹ ਖਰਾਬ ਕਰ ਦਿੰਦੇ ਸੀਗੇ। ਇੱਕ ਹੁੰਦਾ ਨਾ ਬੰਦਾ ਇੱਕ ਚੀਜ਼ ਕਰ ਰਿਹਾ ਇੱਕ ਸਾਈਡ ਬੈਠਾ ਜੋ ਮਰਜ਼ੀ ਕਰਦਾ ਰਵੇ, ਉਹ ਪੂਰੇ ਘਰ ਦੀ ਰੂਟੀਨ ਨੂੰ ਹੀ ਖਰਾਬ ਕਰ ਦਿੰਦੇ ਸੀ, ਹਰ ਬੰਦੇ ਦੀ ਰੂਟੀਨ 'ਚ ਉਹਨਾਂ ਨੇ ਕੋਈ ਨਾ ਕੋਈ ਪ੍ਰੋਬਲਮ ਪਾਣੀ ਹੁੰਦੀ ਸੀ, ਇਸ ਲਈ ਆਪਸ਼ਨ 3rd। 28th, ਮਿਸਟਰ ਨਾਰਾਇਣ ਇਜ਼, ਹੁਣ ਮਿਸਟਰ ਨਾਰਾਇਣ ਕੀ ਹੈ ਇਹਨਾਂ ਵਿੱਚੋਂ? ਡਿਮਾਂਡਿੰਗ, ਆਪਸ਼ਨ 4th, ਉਹ ਡਿਮਾਂਡ ਰੱਖਦੇ ਸੀ, ਇਹ ਕਰ ਦੋ, ਉਹ ਕਰ ਦੋ, ਕੱਪੜੇ ਧੋ ਦੋ, ਪ੍ਰੈਸ ਕਰ ਦੋ, ਖਾਣਾ ਬਣਾ ਦੋ, ਦਿਸ ਦੈਟ ਸਭ ਕੁਝ ਉਹਨੇ ਐਕਸਪਲੇਨ ਕੀਤਾ ਹੈ ਆਪਣੇ ਪੈਸੇਜ। ਨੈਕਸਟ ਇਜ਼ what would be the most important title for the passage? ਹੁਣ ਇਸ
ਪੈਸੇਜ ਦਾ ਕਿਹੜਾ ਟਾਈਟਲ ਤੁਹਾਨੂੰ ਲੱਗਦਾ ਕਿ ਸਭ ਤੋਂ ਬੈਸਟ ਰਹੇਗਾ? ਆਪਸ਼ਨ 3 ਦ ਅਨਵੈਲਕਮ ਗੈਸਟ, ਉਹ ਗੈਸਟ ਜਿਹਨੂੰ ਵੈਲਕਮ ਨਹੀਂ ਕੀਤਾ ਜਾਏ। 30th is which word in the passage means satisfied? ਹੁਣ ਕਿਸ word ਤੋਂ ਭਾਵ ਹੈ satisfied? Option 1 contented, satisfied ਦਾ meaning ਹੈ contented। with this ਅਸੀਂ ਆਪਣੀ ਸਾਰੀ comprehension solve ਕਰ ਲਿਆ ਨੇ, ਠੀਕ ਹੈ। next ਹੈ grammar, ਇਹਨੂੰ ਮੈਂ part 2 ਚ solve ਕਰਾਂਗੀ because I don't want ਕਿ video ਜ਼ਿਆਦਾ ਲੰਬੀ ਹੋ ਜਾਏ। ਸਟੂਡੈਂਟਸ ਫਟਾਫਟ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇੱਥੇ NAS ਦੀ ਪ੍ਰਿਪਰੇਸ਼ਨ ਲਈ ਕਾਫੀ ਮਟੀਰੀਅਲ ਮਿਲ ਜਾਏਗਾ। Till then, goodbye and have a nice day.